ਹੂ ਆਰ ਯੂ, ਕੌਣ ਹੋ ਤੁਮ। ਇਸ ਗੱਲ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ। ਅਸੀਂ ਤੁਹਾਡੇ ਨਾਲ ਅੱਜ ਇੱਕ ਪੁਰਾਣੀ ਕਹਾਣੀ ਡਿਸਕਸ ਕਰਾਂਗੇ, ਇੱਕ ਐਸੇ ਬੰਦੇ ਦੀ ਜਿਹੜਾ ਆਪਣੇ ਸਹੁਰਿਆਂ ਦੇ ਘਰ ਜਾਂਦਾ ਹੈ ਅਤੇ ਉਹਦੇ ਪੱਲੇ ਕੱਖ ਨਹੀਂ ਹੁੰਦਾ, ਅਤੇ ਉਹ ਬਹਾਨੇ ਲੱਭਦਾ ਹੁੰਦਾ ਕਿ ਕਿਵੇਂ ਉੱਥੋਂ ਆਪਣੀ ਜਾਨ ਛੁਡਾ ਕੇ ਆਪਣੀ ਇੱਜ਼ਤ ਬਚਾਵੇ, ਕਿਉਂਕਿ ਇੱਜ਼ਤ ਹਰ ਜਗ੍ਹਾ ਇਨਸਾਨ ਆਪਣੀ ਆਪ ਬਣਾਉਂਦਾ ਹੈ, ਉਹਦੇ ਵਾਸਤੇ ਉਹਨੂੰ ਪੈਸਾ ਧੇਲਾ ਵੀ ਖਰਚਣਾ ਪੈਂਦਾ ਹੈ। ਇਹ ਗੱਲ ਇਸ ਤਰ੍ਹਾਂ ਹੈ ਕਿ ਪੁਰਾਣੇ ਵਕਤਾਂ 'ਚ ਸਿਆਣੇ ਕਹਿ ਗਏ ਨੇ, ਜੋ ਕਹਿ ਗਏ ਨੇ, ਅਤੇ ਬੜੀਆਂ ਵੱਡੀਆਂ ਗੱਲਾਂ ਕਹਿ ਗਏ ਨੇ। ਇਹ ਜਿਹਨੂੰ ਸ਼ਾਦੀ ਵਿਆਹ ਹੁੰਦੀ ਸੀ ਅਤੇ ਲੋਕਾਂ ਦੇ ਘਰਾਂ 'ਚ ਜਿਹੜੇ ਮੈਸੇਜ ਜਾਂਦਾ ਸੀ ਵਿਆਹ ਦਾ, ਉਹਨੂੰ ਸੱਦਾ ਕਹਿੰਦੇ ਸੀ। ਉਹ ਸੱਦਾ ਜਿਹੜਾ ਹਮੇਸ਼ਾ ਕਮੀ ਲੋਕ ਲੈ ਕੇ ਜਾਂਦੇ, ਅਤੇ ਜਿਹਨੂੰ ਜਾਂਦੇ ਅਗਲਿਆਂ ਦੇ ਘਰ ਸੱਦਾ ਦਿੰਦੇ, ਅਤੇ ਘਰ ਵਾਲੇ ਖੁਸ਼ੀ 'ਚ ਆਪਣੇ ਉਸ ਰਿਸ਼ਤੇਦਾਰ ਦੇ ਕਮੀ ਆਏ ਹੋਏ ਕੰਮ ਵਾਲੇ ਨੂੰ ਖੁਸ਼ ਕਰਦੇ, ਉਹਨੂੰ 6 ਮਹੀਨੇ ਸਾਲ ਦੇ ਰਾਸ਼ਨ ਜੋਗਾ ਸਮਾਨ ਦਿੰਦੇ, ਅਤੇ 10 ਪਿੰਡਾਂ 'ਚੋਂ ਲੰਘਦਾ ਜਾਂਦਾ ਕਿ ਮੈਨੂੰ ਫਲਾਂ ਚੌਧਰੀ ਦੇ ਘਰੋਂ ਆਹ ਇਨਾਮ ਮਿਲਿਆ ਹੈ, ਮੈਂ ਫਲਾਣੇ ਚੌਧਰੀ ਦੇ ਪੁੱਤਰ ਦਾ ਜਾਂ ਧੀ ਦਾ ਸੱਦਾ ਲੈ ਕੇ ਆਇਆ ਸੀ। ਇਹ ਤੇ ਕਹਾਣੀਆਂ ਅਤੇ ਗੱਲਾਂ ਨਵਾਬਾਂ ਦੀਆਂ ਜਿਹੜੀਆਂ ਚਲਦੀਆਂ ਸਾਡੇ ਦਿਮਾਗਾਂ ਅਤੇ ਸਾਡੇ ਜ਼ਿਹਨਾਂ 'ਚ ਆ ਗਈਆਂ। ਕਿਆ ਕਿਸੇ ਮਾੜੇ ਬੰਦੇ ਦੀ ਜਾਂ ਕਿਸੇ ਕਮੀ ਦੇ ਘਰ ਜਿਹਨੂੰ ਵਿਆਹ ਹੁੰਦਾ ਸੀ ਅਤੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਅਤੇ ਅਜ਼ੀਜ਼ਦਾਰਾਂ ਨੂੰ ਸੱਦਾ ਕਿਵੇਂ ਦਿੰਦਾ ਸੀ? ਇਹ ਵੀ ਗੱਲ ਸਾਡੀ ਖੋਜ 'ਚ ਹੋਣੀ ਚਾਹੀਦੀ ਹੈ। ਬਹਰਹਾਲ ਇੱਕ ਮਰਾਸੀ ਦੇ ਪੁੱਤਰ ਦਾ ਵਿਆਹ ਸੀ ਅਤੇ ਉਹਨੇ ਆਪਣੀ ਧੀ ਨੂੰ ਉਸ ਵਿਆਹ ਦਾ ਸੱਦਾ ਭੇਜ ਦਿੱਤਾ। ਉਹ ਜਿਹੜਾ ਉਹਨਾਂ ਦਾ ਜਵਾਈ ਸੀ, ਉਹ ਜਿਵੇਂ ਰੂਟੀਨ 'ਚ ਮਰਾਸੀ ਨਖੱਟੂ ਅਤੇ ਜਮਾਂਦਰੂ ਜਿਹੜਾ ਨਾ ਬੇਰੁਜ਼ਗਾਰ ਕੋਈ ਕੰਮ ਨਾ ਕਰੇ, ਚੌਧਰੀ ਦੇ ਡੇਰੇ ਦੇ ਉੱਤੇ ਹਾਕ ਮਾਰ ਦੇਵੇ ਅਤੇ ਚੌਧਰੀ ਦੇ ਲੱਥੇ ਕੱਪੜੇ ਇਸਤਰੀ ਕਰਕੇ ਅਤੇ ਚੌਧਰੀ ਬਣਿਆ ਪਿੰਡ 'ਚ ਫਿਰੇ। ਹੁਣ ਸਾਲੇ ਦਾ ਵਿਆਹ ਆ ਗਿਆ ਅਤੇ ਉਹਦੇ ਵਿੱਚ ਉਹਨੂੰ ਉਹ ਖਰਚਾ ਕਰਨਾ ਪੈਣਾ ਸੀ, ਆਪਣੇ ਬੱਚਿਆਂ ਦੇ ਕੱਪੜੇ ਲੀੜੇ, ਅੱਗੋਂ ਆਪਣੇ ਸਾਲੇ ਦੇ ਸਹੁਰੇ ਦੇ ਉਹਨਾਂ ਵਾਸਤੇ ਉਹ ਮੇਲ ਮਰਤਨ ਦਾ ਜਿਹੜਾ ਸਮਾਨ ਹੁੰਦਾ ਹੈ, ਖਰਚਾ ਪਾਣੀ ਹੁੰਦਾ ਹੈ, ਉਹ ਕਰਨਾ ਪੈਣਾ ਸੀ, ਅਤੇ ਉਹਦੇ ਤੇ ਪੱਲੇ ਕੱਖ ਨਹੀਂ। ਅਤੇ ਉਹ ਉਸ ਵਿਆਹ ਤੋਂ ਹੁਣ ਉਹਦੀ ਜਾਨ ਜਾਵੇ ਕਿ ਇਹ ਵਿਆਹ 'ਤੇ ਜਾਵੇ ਕਿਵੇਂ। ਬੜਾ ਅੱਲਾ ਕਰਦਾ ਉਹ ਟਾਈਮ ਆ ਗਿਆ। ਉਹ ਜਦੋਂ ਟਾਈਮ ਆ ਗਿਆ ਅਤੇ ਉਹ ਆਪਣੇ ਬੱਚਿਆਂ ਨੂੰ ਭੈੜੇ ਚੰਗੇ ਕੱਪੜੇ ਜਿਹੜੇ ਹੈ ਸੀ ਉਹ ਪਵਾ ਕੇ ਅਤੇ ਸਹੁਰਿਆਂ ਦੇ ਪਿੰਡ ਤੁਰ ਗਿਆ। ਅਤੇ ਰਸਤੇ 'ਚੋਂ ਦਿਮਾਗ ਲੜਾਉਂਦਾ ਜਾਵੇ ਕਿ ਹੁਣ ਮੈਂ ਕਰਾਂ ਅਤੇ ਕੀ ਕਰਾਂ, ਮੇਰੇ ਪੱਲੇ ਕੱਖ ਨਹੀਂ। ਸੁਬਾਹ ਜਿਹਨੂੰ ਮੁੰਡੇ ਨੂੰ ਇਹਨਾਂ ਨੇ ਖਾਰਿਓ ਲਾ ਕੇ ਸਲਾਮੀਆਂ ਪਾਣੀਆਂ ਅਤੇ ਮੈਂ ਕੀ ਦੇਵਾਂਗਾ, ਅਤੇ ਮੇਰੀ ਇੱਜ਼ਤ ਕੀ ਰਹੇਗੀ ਕਿ ਇਹ ਉਂਝ ਤੇ ਚੌਧਰੀ ਬਣਿਆ ਫਿਰਦਾ ਹੈ ਅਤੇ ਗੱਲਾਂ ਇੰਝ ਮਾਰਦਾ ਹੈ, ਕਿਸੇ ਨੂੰ ਰਹਿਣ ਨਹੀਂ ਦਿੰਦਾ, ਅਤੇ ਪੱਲੇ ਇਹਦੇ ਢੇਲਾ ਨਹੀਂ ਹੈ। ਮੁਖਤਸਰ ਨੇ ਉਹ ਜਿਹਨੂੰ ਸਹੁਰਿਆਂ ਘਰ ਜਾਂਦਾ ਹੈ ਅਤੇ ਉਹਦੇ ਸਹੁਰੇ ਉਹਦੀ ਬੜੀ ਆਓ ਭਗਤ ਕਰਦੇ ਨੇ, ਉਹਨੂੰ ਚਾਹ ਪਾਣੀ ਪਿਆਉਂਦੇ ਨੇ, ਅਤੇ ਉਹ ਕਹਿੰਦਾ ਭਾਈਓ ਤੁਸੀਂ ਤਾਂ ਇੱਥੇ ਸ਼ੋਰ ਗੁਲ ਕਰਨਾ ਹੈਗਾ, ਅਤੇ ਮੈਂ ਕੋਠੇ 'ਤੇ ਚੜ੍ਹ ਕੇ ਬਹਿਣ ਲੱਗਾ ਵਾਂ ਤਾਂ ਕਿ ਤੁਸੀਂ ਆਪਣਾ ਜਿਹੜਾ ਵੀ ਇੱਥੇ ਖੇਡਣਾ ਮਲਣਾ ਉਹ ਕਰੋ, ਵਿਆਹ ਦਾ ਜੋ ਦਿਨ ਹੈਗਾ ਅਤੇ ਬਾਕੀ ਸੁਬਾਹ ਦੇਖਾਂਗੇ। ਗਰੀਬ ਲੋਕਾਂ ਦੇ ਮਸਾਇਲ ਵੀ ਉਸੇ ਤਰ੍ਹਾਂ ਗੁਰਬਤ ਦੇ ਨਾਲ ਹੁੰਦੇ ਆ, ਅਤੇ ਜ਼ਿਹਨੀ ਇੰਤਸ਼ਾਰ ਜਿਹੜਾ ਹੈ ਨਾ ਸਾਜ਼ਿਸ਼ਾਂ ਦੇ ਅੰਬਾਰ ਹੁੰਦੇ ਨੇ। ਉਸ ਘਰ ਜਿਹਨੂੰ ਇਹ ਪਹੁੰਚਦਾ ਹੈ ਜਵਾਈ, ਅਤੇ ਆਪਣੇ ਸਸੁਰਾਲੀਆਂ ਨੂੰ ਮਿਲ ਮਿਲਾ ਕੇ, ਅਤੇ ਇੱਕ ਮਾੜਾ ਜਿਹਾ ਉਹਦਾ ਕੋਠਾ ਹੁੰਦਾ ਹੈ, ਉਹਦੇ ਕੋਠੇ ਦੀ ਛੱਤ 'ਤੇ ਚੜ੍ਹ ਜਾਂਦਾ ਹੈ। ਅਤੇ ਪੁਰਾਣੇ ਵੇਲਿਆਂ ਦੇ ਵਿੱਚ ਉਹ ਜਿਹੜੇ ਕੋਠੇ ਹੁੰਦੇ ਸੀ ਉਹ ਟੁੱਟੀਆਂ ਛਤੀਰੀਆਂ ਦੇ ਅਤੇ ਮਿੱਟੀ ਦੇ ਲੇਪਾਂ ਦੇ ਨਾਲ ਬਣੇ ਹੁੰਦੇ ਸੀ। ਉਹ ਆਪਣੇ ਬੱਚਿਆਂ ਨੂੰ ਲੈ ਕੇ ਛੱਤ 'ਤੇ ਚੜ੍ਹ ਗਿਆ। ਉਹਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਹੁਣ ਤੁਸੀਂ ਇੱਥੇ ਖੇਡੋ, ਔਰ ਜਦੋਂ ਬੱਚੇ ਉੱਤੇ ਖੇਡਣ ਲੱਗ ਗਏ ਅਤੇ ਛੱਤ ਦੇ ਉੱਤੋਂ ਮਿੱਟੀ ਗਿਰਨ ਲੱਗ ਗਈ, ਅਤੇ ਉਹਦੇ ਸਹੁਰੇ ਨੇ ਥੱਲੋਂ ਆਵਾਜ਼ ਦਿੱਤੀ, ਉਹ ਕਿਹੜਾ ਤੂੰ? ਉਹਨੇ ਕਿਹਾ ਉਹ ਕੀ ਹੋ ਗਿਆ, ਮੈਂ 1000 ਰੁਪਈਆ ਲਿਆ ਕੇ ਆਇਆ ਅਤੇ ਤੂੰ ਮੈਨੂੰ ਕਹਿ ਤਾ ਵੀ ਕਿਹੜਾ ਤੂੰ, ਕਿ ਕੌਣ ਆ ਤੂੰ? ਅਤੇ ਮੇਰਾ ਤਾਂ ਇੱਥੇ ਕੋਈ ਹਾਲ ਨਹੀਂ ਹੈ, ਮੈਂ ਤਾਂ 7 ਪਿੰਡ ਮੰਗ ਬੁੱਢਾ ਹੋ ਗਿਆ ਕਿ ਮੈਂ ਆਪਣੇ ਸਾਲੇ ਦੇ ਵਿਆਹ ਜਾਣਾ, ਅਤੇ ਤੁਸੀਂ ਕਹਿ ਤਾ ਕਿਹੜਾ ਤੂੰ, ਯਾਨੀ ਕਿ ਹੂ ਆਰ ਯੂ। ਉਹਨੇ ਕਿਹਾ ਹੁਣ ਮੈਂ ਕੌਣ ਹੋ ਗਿਆ, ਮੈਂ ਇੰਨਾ ਖਰਚਾ ਕੀਤਾ, ਤੁਹਾਡੇ ਘਰ ਮੈਂ ਵਿਆਹ ਆਇਆ, ਅਤੇ ਤੁਸੀਂ ਮੈਨੂੰ ਕੌਣ ਬਣਾ ਤਾ?
ਉਹਨੇ ਆਪਣਾ ਸਾਫਾ ਮੋਢੇ ਤੇ ਪਾਇਆ ਤੇ ਪਿੰਡੋਂ ਭੱਜਿਆ ਤੇ ਕਹਿੰਦਾ ਮੈਂ ਨਹੀਂ ਦੇਖਣਾ ਵਿਆਹ ਆਪਣੇ ਸਾਲੇ ਦਾ, ਇਹਨਾਂ ਨੇ ਮੈਨੂੰ ਕੌਣ ਬਣਾਤਾ, ਮੈਂ ਇਸ ਘਰ ਦਾ ਜਵਾਈ। ਉਹ ਲੜਾਈ ਭਖਦੀ ਇਸ ਹੱਦ ਤੱਕ ਚਲੇਗੀ ਕਿ ਅੱਧਾ ਪਿੰਡ ਉਸ ਮਰਾਸੀ ਦੇ ਜਵਾਈ ਨੂੰ ਮਨਾਉਣ ਨੂੰ, ਤੇ ਉਹ ਮਰਾਸੀ ਜਿਹੜਾ ਵਾ ਉਹ ਰੁਕਣ ਦਾ ਨਾਂ ਕਿਉਂ ਨਾ ਲਵੇ, ਨਾ ਉਹਦੇ ਪੱਲੇ ਤੇ ਨਾ ਹੀ ਉਹ ਇਸ ਜੋਗਾ ਕਿ ਆਪਣੇ ਸਾਲੇ ਨੂੰ ਰੁਪਈਆ 10 ਰੁਪਏ ਵੀ ਸ਼ਗਨ ਪਾ ਦੇ। ਉਹ ਤੇ ਇੱਕ ਬਹਾਨਾ ਬਣਾਉਣ ਆਇਆ ਸੀ, ਉਹਨੇ ਬਹਾਨਾ ਬਣਾਇਆ, ਉਹਨੇ ਨਿਆਣੇ ਆਪਣੇ ਸੁੱਟੇ ਤੇ ਪਿੰਡ ਦੇ ਸਭ ਤੋਂ ਸਿਆਣੇ ਬੰਦੇ ਨੂੰ ਕਿਹਾ ਕਿ ਚਾਚਾ ਤੇਰੇ ਮੂੰਹ ਨੂੰ ਮੈਂ ਆਪਣੇ ਨਿਆਣੇ ਦੇ ਘਰ ਵਾਲੀ ਛੱਡ ਚੱਲਿਆ ਕਿ ਕੋਈ ਇਹ ਨਾ ਕਵੇ ਭੈਣ ਨੂੰ ਭਰਾ ਦਾ ਵਿਆਹ ਨਹੀਂ ਦੇਖਣ ਦਿੱਤਾ, ਤੇ ਮੈਂ ਹੁਣ ਚੱਲਾਂ ਵਾਂ, ਮੈਂ ਇਸ ਘਰ ਦੁਬਾਰਾ ਪੈਰ ਨਹੀਂ ਪਾਣਾ। ਤੇ ਉਹ ਪਿੰਡੋਂ ਇੰਜ ਭੱਜਿਆ ਜਿਵੇਂ ਭੱਜਣ ਦਾ ਹੱਕ ਹੁੰਦਾ ਹੈ। ਤੇ ਅੱਜ ਦੇ ਦੌਰ 'ਚ ਵੀ ਅਸੀਂ ਅਗਰ ਦੇਖਦੇ ਹਾਂ ਤੇ ਸਾਡੀ ਇਹ ਜਿਹੜੀ ਸਿਆਸੀ ਮੈਦਾਨ ਹੈ ਨਾ, ਇਹਦੇ ਵਿੱਚ ਜਿੰਨੇ ਵੀ ਇਹ ਸਾਡੇ ਲੀਡਰ ਨੇ ਨਾ, ਇਹ ਉਹ ਮਰਾਸੀ ਦੇ ਜਵਾਈ ਵਰਗੇ ਨੇ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ। ਤੇ ਹਕੂਮਤਾਂ ਦਾ ਜਿਹਨੂੰ ਵਕਤ ਖਤਮ ਹੋਣ ਲੱਗਦਾ ਏ, ਇਹ ਮੋਢੇ ਤੇ ਸਾਫਾ ਚੁੱਕ ਕੇ ਕਹਿੰਦੇ ਨੇ ਕਿ ਇਹਨੇ ਮੈਨੂੰ ਕੌਣ ਕਹਿਤਾ, ਮੈਂ ਕੌਣ ਆ, ਮੈਂ ਕਰ ਮਿਹਨਤਾਂ ਥੱਕ ਗਿਆ, ਮੇਰੀ ਵਜ੍ਹਾ ਤੋਂ ਮੁਲਕ ਅਸਮਾਨਾਂ 'ਤੇ ਚੱਲਾ ਸੀ, ਲੇਕਿਨ ਹੁਣ ਮੈਂ ਚੱਲਾਂ, ਜਾਓ ਸਾਂਭ ਲਓ ਜੋ ਸਾਂਭਿਆ ਜਾਂਦਾ ਹੈ। ਤੇ ਮੁਲਕ ਉਸੇ ਵੇਲੇ ਜ਼ਮੀਨ 'ਤੇ ਆ ਕੇ ਡਿੱਗ ਪੈਂਦਾ ਹੈ। ਇਹ ਅੱਜ ਜਿਹੜੇ ਕਹਿੰਦੇ ਨਾ ਹੂ ਆਰ ਯੂ, ਜਦੋਂ ਇਹਨਾਂ ਦਾ ਟਾਈਮ ਆਣਾ, ਇਹਨਾਂ ਨੇ ਵੀ ਆਪਣੇ ਮੋਢਿਆਂ 'ਤੇ ਸਾਫੇ ਰੱਖਣੇ ਤੇ ਤੁਰ ਜਾਣਾ। ਤੇ ਲਿਹਾਜ਼ਾ ਕਦੀ ਵੀ ਕਿਸੇ ਦੇ ਉੱਤੇ ਡਿਪੈਂਡ ਕਰਨ ਦੀ ਬਜਾਏ ਨਾ, ਆਪਣੇ ਅਕਲ ਔਰ ਆਪਣੀ ਸੋਚ ਔਰ ਆਪਣੇ ਸ਼ੌਰ ਦੇ ਨਾਲ ਸੋਚੋ ਕਿ ਇਹ ਜਿਹੜਾ ਮੁਲਕ ਹੈ ਇਹ ਅਸੀਂ ਕੁਰਬਾਨੀਆਂ ਦੇ ਕੇ ਬਣਾਇਆ ਹੈ। ਤੇ ਇੱਥੇ ਇਹੋ ਜਿਹੇ ਜਿਹੜੇ ਟੱਟੂ ਟਹਿਰੇ ਨੇ ਜਿਹੜੇ ਕਹਿੰਦੇ ਨੇ ਕਿ ਕੌਣ ਹੈ ਤੂੰ, ਉਹ ਸਿਰਫ ਇਸ ਵਾਸਤੇ ਆਉਂਦੇ ਆ ਕਿ ਉਹਨਾਂ ਨੇ ਆਪਣਾ ਉਹ ਜਿਹੜਾ ਬੁਰਾ ਵਕਤ ਹੁੰਦਾ ਹੈ ਨਾ, ਕਿ ਕਿਤੇ ਅਸੀਂ ਐਕਸਪੋਜ਼ ਨਾ ਹੋ ਜਾਈਏ, ਉਸ ਤੋਂ ਬਚਣ ਵਾਸਤੇ ਇਹੋ ਜਿਹੇ ਡਰਾਮੇ ਕਰਦੇ ਨੇ ਤੇ ਆਪਣੇ ਮੋਢੇ ਤੇ ਸਾਫਾ ਰੱਖਦੇ ਨੇ। ਜਦੋਂ ਉਹਨਾਂ ਦਾ ਟਾਈਮ ਮੁੱਕਦਾ ਹੈ ਤੇ ਤੁਰ ਜਾਂਦੇ ਨੇ।